फर्स्ट ऑफ ऑल बच्चे गुड मॉर्निंग एवरीवन। ਅੱਜ ਦਾ ਜੋ ਆਪਣਾ ਲੈਕਚਰ ਹੈ DBMS ਡਾਟਾ ਬੇਸ ਮੈਨੇਜਮੈਂਟ ਸਿਸਟਮ ਦਾ ਫਸਟ ਲੈਕਚਰ ਹੈ। ਉਹਦਾ ਆਪਾਂ ਇਹ ਆਲਰੇਡੀ ਕਰ ਚੁੱਕੇ ਹਾਂ, ਬਟ ਫਿਰ ਵੀ ਕੁਝ ਸਟੂਡੈਂਟਸ ਨੇ ਨਵਾਂ ਜੁਆਇਨ ਕੀਤਾ ਤਾਂ ਉਹਨਾਂ ਦੇ ਲਈ ਰਿਕਾਰਡਿੰਗ ਆਪਾਂ ਕਰਦੇ ਪਏ ਹਾਂ। ਜਦੋਂ ਆਪਾਂ DBMS ਪੜ੍ਹਦੇ ਹਾਂ ਤਾਂ ਸਾਰਿਆਂ ਨੂੰ ਪਹਿਲਾਂ ਆਪਾਂ ਇਹ ਡਿਸਕਸ ਕਰਨਾ ਹੈ ਕਿ ਡਾਟਾ ਬੇਸ ਮੈਨੇਜਮੈਂਟ ਸਿਸਟਮ ਦੈਟ ਇਜ਼ ਅ ਸੌਫਟਵੇਅਰ। ਇਹ ਸੌਫਟਵੇਅਰ ਕਿਸ ਪਰਪਸ ਦੇ ਲਈ ਬਣਾਇਆ ਹੈ। ਉਹ ਪਰਪਸ ਨੂੰ ਸੋਲਵ ਕਰਨ ਤੋਂ ਪਹਿਲਾਂ ਆਪਾਂ ਨੂੰ ਇਹ ਚਾਹੀਦਾ ਹੈਗਾ ਕਿ ਉਹਦੇ ਵਿੱਚ ਇੱਕ ਇੱਕ ਜੋ ਵਰਡ ਹੈ ਡਾਟਾ, ਡਾਟਾਬੇਸ, ਮੈਨੇਜਮੈਂਟ ਐਂਡ ਸਿਸਟਮ, ਠੀਕ ਹੈ। ਅਤੇ ਇੱਕ ਇੱਕ ਵਰਡ ਨੂੰ ਆਪਾਂ ਡਿਸਕਸ ਕਰਦੇ ਹਾਂ। ਸਭ ਨਾਲੋਂ ਪਹਿਲੀ ਚੀਜ਼ ਆਉਂਦੀ ਹੈ ਬੇਟਾ ਉਹਦੇ ਵਿੱਚ ਡਾਟਾਬੇਸ। ਡਾਟਾਬੇਸ ਕੀ ਹੁੰਦਾ ਹੈ? ਹੁਣ ਆਪਾਂ ਪਹਿਲਾਂ ਆਲਰੇਡੀ ਪੜ੍ਹ ਚੁੱਕੇ ਹਾਂ ਕਿ ਡਾਟਾ ਕੀ ਹੈ। ਡਾਟਾ ਇਜ਼ ਅ ਰॉ ਮਟੀਰੀਅਲ। ਡਾਟਾ ਰॉ ਮਟੀਰੀਅਲ ਹੁੰਦਾ ਹੈ ਜਦੋਂ ਉਹ ਕਿਸੇ ਉਹਦੇ ਅੱਗੇ ਕੋਈ ਫੀਲਡ ਦਾ ਨੇਮ ਲੱਗ ਜਾਂਦਾ, ਉਹ ਇੱਕ ਫੀਲਡ ਉਹ ਬਣ ਜਾਂਦੀ, ਇੱਕ ਇਨਫੋਰਮੇਸ਼ਨ ਬਣ ਜਾਂਦੀ ਹੈ। ਇਨਫੋਰਮੇਸ਼ਨ ਨੂੰ ਆਪਾਂ ਕੰਪਿਊਟਰ ਦੇ ਵਿੱਚ ਸਟੋਰ ਕਰਨਾ। ਆਪਾਂ ਲਾਸਟ ਸਮੈਸਟਰ ਦੇ ਵਿੱਚ ਜੋ ਸਬਜੈਕਟ ਪੜ੍ਹਿਆ ਸੀ ਦੈਟ ਇਜ਼ ਡਾਟਾ ਸਟਰਕਚਰ। ਡਾਟਾ ਦਾ ਸਟਰਕਚਰ ਕਿੱਦਾਂ ਦਾ ਹੁੰਦਾ? ਡਾਟਾ ਜਦੋਂ ਆਪਾਂ ਕੰਪਿਊਟਰ ਦੇ ਵਿੱਚ ਸਟੋਰ ਕਰਵਾਉਣੇ ਆ ਤਾਂ ਉਹ ਕਿਸ ਵੇ ਨਾਲ ਐਰੇ ਦੀ ਫਾਰਮ ਦੇ ਵਿੱਚ, ਟਰੀ ਦੀ ਫਾਰਮ ਦੇ ਵਿੱਚ, ਗ੍ਰਾਫ ਦੀ ਫਾਰਮ ਦੇ ਵਿੱਚ, ਸਟੈਕ ਯੂਨੀਅਨ, ਕਿਸ ਤਰ੍ਹਾਂ ਦੀ ਫਾਰਮ ਦੇ ਵਿੱਚ ਆਪਾਂ ਡਾਟਾ ਨੂੰ ਸਟੋਰ ਕਰਦੇ ਹਾਂ। ਤਾਂ ਹਰ ਇੱਕ ਜਿਹੜੇ ਡਾਟਾ ਸਟਰਕਚਰ ਆਪਾਂ ਕੀਤਾ ਸੀ ਉਹਦੀ ਆਪਣੀ ਆਪਣੀ ਐਡਵਾਂਟੇਜਸ ਸੀ, ਆਪਣੇ ਆਪਣੇ ਡਰੋਬੈਕ ਸੀਗੀਆਂ। ਤਾਂ ਹੁਣ ਆਪਣੇ ਕੋਲੇ ਉਸ 'ਚ ਸੀ ਕਿ ਡਾਟਾ ਨੂੰ ਅਰੇਂਜ ਕੀਤਾ ਗਿਆ, ਡਾਟਾ ਨੂੰ ਸਟੋਰ ਕਰਨਾ, ਅਲੱਗ ਅਲੱਗ ਤਰ੍ਹਾਂ ਦੇ ਆਪਣੇ ਕੋਲੇ ਮੈਥਡ ਹੈ। ਅਤੇ ਇਸ ਜੋ ਸਬਜੈਕਟ ਹੈ DBMS, ਇਹਦੇ ਵਿੱਚ ਆਪਾਂ ਇਹ ਡਿਸਕਸ ਕਰਾਂਗੇ ਕਿ ਜੋ ਚੀਜ਼ ਆਪਾਂ ਮੈਨੇਜ ਕਰਨੀ ਉਹ ਹੁੰਦੀ ਕੀ ਹੈ। ਡਾਟਾਬੇਸ ਕੀ ਹੁੰਦਾ ਹੈ? ਡਾਟਾਬੇਸ ਰॉ ਮਟੀਰੀਅਲ ਜਿਹੜਾ ਡਾਟਾ ਹੈ ਉਹਦੀ ਕਲੈਕਸ਼ਨ ਹੁੰਦੀ ਹੈ ਜਿਹਦੇ ਵਿੱਚ ਇਨਫੋਰਮੇਸ਼ਨ ਸਟੋਰ ਹੁੰਦੀ ਹੈ। ਇਨਫੋਰਮੇਸ਼ਨ ਕੀ ਹੁੰਦੀ ਹੈ? ਮੀਨਿੰਗਫੁਲ ਇਨਫੋਰਮੇਸ਼ਨ। ਇਹ ਨਹੀਂ ਹੈ ਕਿ ਹਰ ਚੀਜ਼ ਉਹ 'ਚ ਸਟੋਰ ਹੋਏਗੀ, ਉਹਦੇ ਵਿੱਚ ਸਿਰਫ ਰਿਲੇਟਡ ਇਨਫੋਰਮੇਸ਼ਨ, ਅਤੇ ਉਹ ਇਨਫੋਰਮੇਸ਼ਨ ਜਿਹੜੀ ਉਸ ਹੋਗੀ ਮੀਨਿੰਗਫੁਲ ਹੋਏਗੀ। ਇੱਦਾਂ ਨਹੀਂ ਹੈਗਾ ਕਿ ਹਰ ਇੱਕ ਚੀਜ਼ ਡਾਟਾ ਹੋਏਗੀ, ਹਰ ਇੱਕ ਚੀਜ਼ ਇਨਫੋਰਮੇਸ਼ਨ ਹੋਏਗੀ, ਇਹ ਨਹੀਂ ਹੋਏਗਾ। ਇਸ ਸਾਰਾ ਜਿਹੜਾ ਆਪਾਂ ਡਾਟਾ ਕਲੈਕਟ ਕੀਤਾ ਹੈ, ਇਨਫੋਰਮੇਸ਼ਨ ਕਲੈਕਟ ਕੀਤੀ ਹੈ, ਉਹਨੂੰ ਕੰਪਿਊਟਰ ਦੇ ਅੰਦਰ ਇੱਕ ਪ੍ਰੋਪਰ ਪਲੇਸ ਦੇ ਉੱਤੇ ਅਤੇ ਪ੍ਰੋਪਰ ਵੇ ਦੇ ਨਾਲ ਮੈਨੇਜ ਕਰਨ ਨੂੰ ਆਪਾਂ ਬੋਲਦੇ ਹਾਂ ਡਾਟਾਬੇਸ ਮੈਨੇਜਮੈਂਟ ਸਿਸਟਮ। ਤਾਂ ਡਾਟਾਬੇਸ ਕੀ ਇਜ਼ ਅ ਕਲੈਕਸ਼ਨ ਆਫ ਡਾਟਾ ਦੈਟ ਇਜ਼ ਸਟੋਰ ਇਨ ਕੰਪਿਊਟਰ। ਕਿਉਂ ਸਟੋਰ ਕਰਦੇ ਹਾਂ? ਰੀਜ਼ਨ ਕੀ ਹੁੰਦਾ ਕਿ ਆਪਾਂ ਇਹਨੂੰ ਫਾਰਮ ਦੇ ਡਿਜੀਟਲ ਫਾਰਮ ਦੇ ਸਟੋਰ ਕਰਦੇ ਹਾਂ? ਡਾਟਾ ਨੂੰ ਸਟੋਰ ਕਰਨ ਦਾ ਰੀਜ਼ਨ ਹੈ ਕਿ ਇਨ ਫਿਊਚਰ ਉਸ ਡਾਟਾ ਨੂੰ ਆਪਾਂ ਅਸੈਸ ਕਰ ਸਕੀਏ। ਉਹਦੇ ਉੱਤੇ ਕੋਈ ਕਿਊਰੀ ਹੁੰਦੀ ਹੈ ਕਿ ਜੋ ਵੀ ਕੁਐਸਚਨ ਯੂਜ਼ਰ ਦਾ ਹੁੰਦਾ ਹੈ। ਹੁਣ ਮੰਨ ਲਓ ਕਿ ਆਪਾਂ ਡਾਟਾਬੇਸ ਸਟੋਰ ਕੀਤਾ ਹੋਇਆ ਹੈ, ਮੰਨ ਲਓ ਆਪਣੇ ਕਾਲਜ ਦੇ ਸਟੂਡੈਂਟਸ ਦਾ ਡਾਟਾ ਸਟੋਰ ਹੋਇਆ ਹੈ। ਸਟੂਡੈਂਟ ਦੇ ਡਾਟਾ ਦੇ ਵਿੱਚ ਬੱਚੇ ਦਾ ਨਾਮ, ਕਲਾਸ, ਰੋਲ ਨੰਬਰ, ਫਾਦਰ ਨੇਮ, ਵਿਲੇਜ, ਸਭ ਕੁਝ ਉੱਥੇ ਸਟੋਰ ਹੋਏਗਾ। ਹੁਣ ਮੰਨ ਲਓ ਕਿ ਉਹ ਪੂਰਾ ਡਾਟਾ 1500 ਸਟੂਡੈਂਟ ਦਾ ਸਟੋਰ ਹੋਇਆ, ਉਹਦੇ ਵਿੱਚੋਂ ਸਿਰਫ ਆਪਾਂ ਨੂੰ ਉਹ ਇਨਫੋਰਮੇਸ਼ਨ ਚਾਹੀਦੀ ਹੈ, ਉਹ ਸਟੂਡੈਂਟਸ ਦਾ ਡਾਟਾ ਚਾਹੀਦਾ ਜਿਹੜੇ ਤਲਵੰਡੀ ਸਾਬੋ ਪਿੰਡ ਦੇ ਨਾਲ ਬਿਲੋਂਗ ਕਰਦੇ ਆ, ਤਲਵੰਡੀ ਸਾਬੋ ਨਾਲ ਬਿਲੋਂਗ ਕਰਦੇ। ਤਾਂ ਇਹਦੇ ਵਿੱਚ ਕੀ ਹੋ ਗਿਆ? ਦੈਟ ਇਜ਼ ਮੇਰੀ ਮਾਈ ਕਿਊਰੀ। ਇਹ ਮੇਰੀ ਕਿਊਰੀ ਹੈ, ਮੇਰਾ ਕੁਐਸਚਨ ਹੈ ਕਿ ਜਿਹੜਾ ਡਾਟਾਬੇਸ ਕੰਪਿਊਟਰ ਦੇ ਵਿੱਚ ਸਟੋਰ ਹੋਇਆ ਹੈ ਉਹਦੇ ਉੱਤੇ ਇੱਕ ਐਕਸ਼ਨ ਪਰਫੋਰਮ ਕਰ ਦਿੱਤਾ ਜਾਵੇ, ਇੱਕ ਉਹਦੇ ਉੱਤੇ ਫਿਲਟਰ ਲਾ ਦਿੱਤਾ ਜਾਵੇ ਅਤੇ ਮੈਨੂੰ ਸਿਰਫ ਉਹ ਡਾਟਾ ਸ਼ੋ ਹੋਵੇ ਜਿਹੜਾ ਸਿਰਫ ਤਲਵੰਡੀ ਸਾਬੋ ਦੇ ਨਾਲ ਬਿਲੋਂਗ ਕਰਦੇ ਸਟੂਡੈਂਟਸ ਦਾ ਡਾਟਾ। ਤਾਂ ਇਹ ਹੈ ਕਿ ਡਾਟਾ ਨੂੰ ਕਿਉਂ ਸਟੋਰ ਕੀਤਾ ਜਾਂਦਾ। ਡਾਟਾ ਨੂੰ ਸਟੋਰ ਕਰਨ ਦੇ ਲਈ ਕਿਉਂ ਸਟੋਰ ਕੀਤਾ ਜਾਂਦਾ? ਇਸ ਡਾਟਾ ਨੂੰ ਸਟੋਰ ਕਰਨ ਦਾ ਰੀਜ਼ਨ ਹੈ ਕਿ ਉਹਨੂੰ ਫਿਊਚਰ ਦੇ ਵਿੱਚ ਯੂਜ਼ ਕੀਤਾ ਜਾਵੇ ਅਤੇ ਯੂਜ਼ਰ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਦੇ ਵਿੱਚ ਚੇਂਜ ਕਰਦਾ ਰਹੇ ਜਾਂ ਆਪਣੀ ਰਿਕੁਆਇਰਮੈਂਟ ਦੇ ਅਕੋਰਡਿੰਗ ਉਹਨੂੰ ਅਸੈਸ ਕਰਦਾ ਰਹੇ। ਹੁਣ ਆਪਾਂ ਗੂਗਲ ਸਰਚ ਇੰਜਨ ਯੂਜ਼ ਕਰਦੇ ਹਾਂ, ਸਾਰਿਆਂ ਨੇ ਗੂਗਲ ਯੂਜ਼ ਕੀਤਾ। ਤਾਂ ਗੂਗਲ ਦੇ ਵਿੱਚ ਕੀ ਹੁੰਦਾ ਹੈ ਕਿ ਆਪਾਂ ਕੋਈ ਵੀ ਇੱਕ ਸਟਰਿੰਗ ਲਿਖ ਦਿੰਦੇ ਹਾਂ ਤਾਂ ਉਹ ਸਟਰਿੰਗ ਨਾਲ ਰਿਲੇਟਡ ਪੂਰੇ ਵਰਡ ਦੇ ਵਿੱਚ ਜਿੰਨੇ ਵੀ ਵੈਬ ਪੇਜਿਸ ਨੇ ਉਹ ਸਾਰੇ ਦੇ ਸਾਰੇ ਆਪਣੀ ਸਕਰੀਨ ਦੇ ਉੱਤੇ ਅਪੀਅਰ ਹੋ ਜਾਂਦੇ ਹੈ ਤਾਂ ਉਹ ਵੀ ਡਾਟਾਬੇਸ ਅਲੱਗ ਅਲੱਗ ਸਰਵਰ ਦੇ ਉੱਤੇ ਪਿਆ ਸੀ, ਉਹ ਉਸ ਪਰਟੀਕੂਲਰ ਕੁਐਸਚਨ ਨਾਲ ਰਿਲੇਟਡ ਡਾਟਾਬੇਸ ਸੀ। ਜਦੋਂ ਉਹ ਸਾਰਾ ਦਾ ਸਾਰਾ ਆਪਾਂ ਸਟਰਿੰਗ ਲਿਖੀ ਤਾਂ ਸਾਰਾ ਦਾ ਸਾਰਾ ਡਾਟਾ ਕੀ ਹੋਇਆ? ਕੰਪੇਅਰ ਹੋਇਆ ਅਤੇ ਉਸ ਨਾਲ ਰਿਲੇਟਡ ਜਿੰਨੇ ਵੀ ਡਾਕੂਮੈਂਟ ਸੀ, ਜਿੰਨੇ ਵੀ ਪੂਰੇ ਵੈਬ ਦੇ ਉੱਤੇ ਡਾਕੂਮੈਂਟ ਸੀ, ਕਿਸੇ ਮਰਜ਼ੀ ਸਰਵਰ ਦੇ ਉੱਤੇ ਪਏ ਸੀ, ਸਾਰੇ ਦੇ ਸਾਰੇ ਅਸੈਸ ਹੋ ਕੇ ਆਪਣੀ ਸਕਰੀਨ ਦੇ ਉੱਤੇ ਆ ਗਏ। ਇਹ ਕੀ ਹੈ? ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਕਿ ਡਾਟਾ ਪਹਿਲਾਂ ਸਟੋਰ ਕੀਤਾ ਗਿਆ ਤਾਂ ਕਿ ਫਿਊਚਰ ਦੇ ਵਿੱਚ ਯੂਜ਼ਰ ਉਹਨੂੰ ਯੂਜ਼ ਕਰ ਸਕਣ। ਤਾਂ ਡੈਫੀਨੇਸ਼ਨ ਕਲੀਅਰ ਹੈ ਬੇਟਾ? ਡਾਟਾਬੇਸ ਕੀ ਹੁੰਦਾ? It is about managing and structuring the collection of data held on computer. ਕੰਪਿਊਟਰ ਦੇ ਵਿੱਚ ਜਿਹੜਾ ਡਾਟਾ ਸਟੋਰ ਕੀਤਾ, ਕਲੈਕਟ ਕਰਕੇ ਉਹਨੂੰ ਕਿੱਦਾਂ ਮੈਨੇਜ ਕਰਨਾ ਹੈ, ਕਿੱਦਾਂ ਸਟੋਰ ਕਰਨਾ ਹੈ, ਉਹਨੂੰ ਆਪਾਂ ਡਾਟਾਬੇਸ ਬੋਲਦੇ ਹਾਂ। ਡਾਟਾਬੇਸ ਕੰਸਿਸਟ ਆਫ ਐਨ ਔਰਗੇਨਾਈਜ਼ਡ ਕਲੈਕਸ਼ਨ ਆਫ ਡਾਟਾ ਫॉर one or more uses.
ਇੱਕ ਯੂਜ਼ ਨਹੀਂ ਹੈ, ਕਈ ਸਾਰੇ ਯੂਜ਼। ਇੱਕ ਯੂਜ਼ ਦਾ ਐਗਜ਼ਾਮਪਲ ਤਾਂ ਆਪਾਂ ਲੈ ਲਿਆ ਕਿ ਮੈਨੂੰ ਸਿਰਫ ਤਲਵੰਡੀ ਸਾਬੋ ਦੇ ਬੱਚਿਆਂ ਦਾ ਨਾਮ ਡਿਟੇਲ ਚਾਹੀਦੀ ਆ। ਹੋ ਸਕਦਾ ਕਿ ਮੈਂ ਇੱਕ ਨਾਮ ਦੇ ਪਰਟੀਕੂਲਰ ਨਾਮ, ਜਿਵੇਂ ਅਮਨ ਨਾਮ ਦੇ ਬੱਚਿਆਂ ਦਾ ਡਾਟਾ ਮਿਲ ਜੇ। ਹੋ ਸਕਦਾ ਪਰਟੀਕੂਲਰ ਏਜ ਗਰੁੱਪ ਦੇ ਬੱਚੇ ਮੈਂ ਅਸੈਸ ਕਰਾਂ ਹੋ, ਅਤੇ ਕੁਛ ਵੀ ਇੱਦਾਂ ਆਪਾਂ ਉਸ ਦੇ ਉੱਤੇ ਐਕਸ਼ਨ ਜਿਹੜਾ ਹੈ ਪਰਫੋਰਮ ਕਰ ਸਕਦੇ ਹਾਂ। ਅਤੇ ਸਾਰਾ ਦਾ ਸਾਰਾ ਡਾਟਾ ਡਿਜੀਟਲ ਫਾਰਮ ਦੇ ਵਿੱਚ ਹੋਏਗਾ। ਡਾਟਾਬੇਸ ਇਨਵੋਲਵਸ ਦਾ ਟਾਈਪ ਆਫ ਦੇਅਰ ਕੰਟੈਂਟਸ। ਅਤੇ ਡਾਟਾਬੇਸ ਕੀ ਕਰਦਾ ਹੈ, ਇਹਦੇ ਜਿਹੜੇ ਕੰਟੈਂਟ ਦੀ ਟਾਈਪ ਕਿਸ ਤਰ੍ਹਾਂ ਦੀ ਹੈ। ਕੋਈ ਨਿਊਮਰਿਕ ਡਾਟਾ ਹੈ, ਕੋਈ ਸਟਰਿੰਗ ਡਾਟਾ ਹੈ। ਜਿਹੜਾ ਆਪਣਾ ਨਾਮ ਹੁੰਦਾ ਉਹ ਸਟਰਿੰਗ ਹੁੰਦਾ। ਜਿਹੜੀ ਆਪਾਂ ਏਜ ਸਟੋਰ ਕਰਵਾਉਣੇ ਦੈਟ ਇਜ਼ ਨਿਊਮਰਿਕ ਡਾਟਾ। ਡੇਟ ਆਫ ਬਰਥ ਕਰਦੇ ਹਾਂ, ਇਹਦੇ 'ਚ ਤੁਹਾਡੇ ਨੰਬਰ ਐਂਡ ਕਰੈਕਟਰ ਦੋਨੋਂ ਆਉਂਦੇ ਹੈ, ਠੀਕ ਹੈ ਜੀ। ਤਾਂ ਇਹ ਹੈਗਾ ਡਾਟਾ ਬੇਸ। ਡਾਟਾ ਹੁਣ ਜਿਹੜਾ ਡਾਟਾ ਹੈ ਦੈਟ ਇਜ਼ ਤੁਹਾਡਾ ਟੈਕਸਟ ਫਾਰਮੈਟ ਵੀ ਹੋ ਸਕਦਾ, ਤੁਹਾਡੀ ਆਡੀਓ ਫਾਈਲ ਵੀ ਹੋ ਸਕਦੀ ਹੈ, ਵੀਡੀਓ ਫਾਈਲ ਵੀ ਹੋ ਸਕਦੀ ਹੈ, ਕੋਈ ਪਿਕਚਰ ਵੀ ਹੋ ਸਕਦੀ ਹੈ। ਕਿਸੇ ਮਰਜ਼ੀ ਟਾਈਪ ਦਾ ਜਿਹੜਾ ਹੈਗਾ ਇਨਫੋਰਮੇਸ਼ਨ ਹੈ ਉਹ ਜਦੋਂ ਕੰਪਿਊਟਰ ਦੇ ਵਿੱਚ ਆਪਾਂ ਸਟੋਰ ਕਰਦੇ ਹਾਂ ਦੈਟ ਇਜ਼ ਨੋਨ ਐਜ਼ ਡਾਟਾ। ਕਲੀਅਰ ਬੱਚੇ। ਨੈਕਸਟ ਜਿਹੜੀ ਆਪਣੀ ਸਲਾਈਡ ਹੈ ਦੈਟ ਇਜ਼ ਸੈਂਟਰਲ ਡਾਟਾਬੇਸ। ਦੇਖੋ ਆਪਾਂ ਜਦੋਂ ਗੂਗਲ ਇੰਜਨ ਦੇ ਉੱਤੇ, ਸਰਚ ਇੰਜਨ ਦੇ ਉੱਤੇ ਆਪਾਂ ਐਕਸ਼ਨ ਪਰਫੋਰਮ ਕਰਦੇ ਹਾਂ, ਅਤੇ ਜਿਹੜਾ ਆਪਣਾ ਡਾਟਾ ਹੁੰਦਾ ਹੈ ਇਹ ਸੈਂਟਰ ਦੇ ਵਿੱਚ ਸਟੋਰ ਹੁੰਦਾ ਹੈ। ਅਤੇ ਸਾਈਡਾਂ ਦੇ ਉੱਤੇ ਯੂਜ਼ਰ ਕਿੰਨੇ ਵੀ ਹੋ ਸਕਦੇ, ਯੂਜ਼ਰ 1, ਯੂਜ਼ਰ 2, 3, 4 ਅਪ ਟੂ ਕਿੰਨੇ ਮਰਜ਼ੀ ਯੂਜ਼ਰ ਉਸ ਡਾਟਾਬੇਸ ਨੂੰ ਅਸੈਸ ਕਰ ਸਕਦੇ ਹੈ। ਅਤੇ ਇਹ ਡਾਟਾ ਤੁਸੀਂ ਕੀ ਹੈ ਕਿ ਕੋਈ ਡਾਟਾ ਰਿਸਟ੍ਰਿਕਟਡ ਹੁੰਦਾ ਹੈਗਾ ਕਿ ਸਿਰਫ ਤੁਸੀਂ ਉਹਨੂੰ ਸਿਰਫ ਰੀਡ ਕਰ ਸਕਦੇ ਹੋ। ਕੋਈ ਡਾਟਾ ਹੁੰਦਾ ਕਿ ਉਹਦੇ 'ਤੇ ਥੱਲੇ ਕੁਐਸਚਨ ਲਿਖਿਆ ਹੁੰਦਾ ਐਡਿਟ, ਅਤੇ ਉਹਦੇ 'ਚ ਤੁਸੀਂ ਨਵੀਂ ਇਨਫੋਰਮੇਸ਼ਨ ਵੀ ਸਟੋਰ ਕਰ ਸਕਦੇ, ਅਪਲੋਡ ਕਰ ਸਕਦੇ ਹੋ। ਤਾਂ ਇਹ ਡਿਫਰੈਂਟ ਟਾਈਪ ਆਫ ਡਾਟਾ ਜਿਹੜਾ ਹੈਗਾ ਇਨਫੋਰਮੇਸ਼ਨ ਜਿਹੜੀ ਹੈਗੀ ਸਟੋਰ ਹੋ ਸਕਦੀ ਹੈ, ਅਤੇ ਅਲੱਗ-ਅਲੱਗ ਯੂਜ਼ਰ ਉਹਨੂੰ ਅਸੈਸ ਕਰ ਸਕਦੇ ਹੈ। ਡਾਟਾਬੇਸ ਦਾ ਜਿਹੜਾ ਆਰਕੀਟੈਕਚਰ ਹੈ ਇਹ ਦੇ 3 ਲੈਵਲ ਹੁੰਦੇ ਆ। ਆਪਾਂ ਕਹਿੰਦੇ ਕਿ 3 ਲੇਅਰਸ ਆਰਕੀਟੈਕਚਰ ਹੁੰਦਾ ਡਾਟਾਬੇਸ ਦਾ। ਪਹਿਲਾ ਹੈਗਾ ਐਕਸਟਰਨਲ, ਦੂਜਾ ਕਨਸੈਪਚੁਅਲ, ਤੀਸਰਾ ਹੈਗਾ ਇੰਟਰਨਲ। ਜਿਹੜਾ ਐਕਸਟਰਨਲ ਵਿਊ ਹੁੰਦਾ ਜਿਹੜਾ ਐਕਸਟਰਨਲ ਲੈਵਲ, ਉਹਦੇ ਵਿੱਚ ਯੂਜ਼ਰ ਕਮਿਊਨੀਕੇਟ ਕਰਦਾ ਹੁੰਦਾ। ਹੁਣ ਮੰਨ ਲਓ ਕਿ ਗੂਗਲ ਸਰਚ ਇੰਜਨ ਦੇ ਉੱਤੇ ਆਪਾਂ ਟੈਕਸਟ ਬਾਕਸ ਦੇ ਵਿੱਚ ਕੋਈ ਵੀ ਸਟਰਿੰਗ ਟਾਈਪ ਕੀਤੀ, ਤਾਂ ਆਪਣਾ ਜਿਹੜਾ ਐਕਸਟਰਨਲ ਵਿਊ ਆਪਾਂ ਨੂੰ ਦਿਖ ਰਿਹਾ ਕਿ ਗੂਗਲ ਦੇ ਵਿੱਚ ਗੂਗਲ ਵੈਬਸਾਈਟ ਖੋਲ੍ਹਣੀ ਹੈ, ਅਤੇ ਗੂਗਲ ਵੈਬਸਾਈਟ ਦੇ ਵਿੱਚ ਆਪਣੇ ਕੋਲ ਇੱਕ ਟੈਕਸਟ ਬਾਕਸ ਲਿਖਿਆ ਆਏਗਾ, ਅਤੇ ਉਹਦੇ ਵਿੱਚ ਆਪਾਂ ਆਪਣੀ ਸਟਰਿੰਗ ਐਂਟਰ ਕਰ ਦੇਣੀ ਹੈ। ਦੈਨ ਓਕੇ 'ਤੇ ਕਲਿੱਕ ਕਰਨਾ, ਸਰਚ ਕਰਕੇ ਡਾਟਾ ਆਪਣੇ ਕੋਲ ਅਪੀਅਰ ਹੋ ਜਾਏਗਾ। ਇਹ ਹੈ ਯੂਜ਼ਰ ਦਾ ਵਿਊ। ਇਹਨੂੰ ਆਪਾਂ ਐਕਸਟਰਨਲ ਵਿਊ ਬੋਲਦੇ ਹਾਂ, ਐਕਸਟਰਨਲ ਲੈਵਲ ਬੋਲਦੇ ਹਾਂ, ਜਿਹਦੇ ਵਿੱਚ ਜਿਹੜੀ ਇੰਟਰਨਲ ਡਿਟੇਲ ਹੁੰਦੀ ਹੈ ਟੋਟਲੀ ਹਾਈਡ ਹੁੰਦੀ ਹੈ। ਸਿਰਫ ਆਪਾਂ ਨੂੰ ਬਾਹਰ ਹੀ ਦਿਖਦੀ ਹੁੰਦੀ ਹੈ ਕਿ ਬਾਹਰੋਂ ਇਹ ਜਿਹੜਾ ਹੈਗਾ ਕਿੱਦਾਂ ਹੁਣ ਆਪਾਂ ਜੀਮੇਲ ਦੇ ਵਿੱਚ ਅਕਾਊਂਟ ਫਿਲ ਕਰਦੇ ਹਾਂ। ਜਦੋਂ ਆਪਾਂ ਜੀਮੇਲ ਦਾ ਅਕਾਊਂਟ ਕ੍ਰੀਏਟ ਕਰਦੇ ਹਾਂ ਤਾਂ ਸਾਰਿਆਂ ਨਾਲੋਂ ਪਹਿਲਾਂ ਆਪਣੇ ਕੋਲ ਜੀਮੇਲ ਦਾ ਇੱਕ ਫਾਰਮ ਆਉਂਦਾ ਹੈ। ਫਾਰਮ ਦੇ ਵਿੱਚ ਆਪਾਂ ਡਾਟਾ ਦੀ ਐਂਟਰੀ ਕਰਨੀ ਸ਼ੁਰੂ ਕਰ ਦਿੰਦੇ ਹਾਂ। ਡਾਟਾ ਦੀ ਐਂਟਰੀ ਕੀਤੀ, ਆਪਣਾ ਨਾਮ ਪਾਇਆ, ਜੋ ਹੈਗਾ ਲੋਕੇਸ਼ਨ ਪਾਈ, ਫੋਨ ਨੰਬਰ ਪਾਇਆ, ਆਪਣਾ ਅਕਾਊਂਟ ਜਿਹੜਾ ਬਣਾਉਣਾ ਸੀ ਉਹਦਾ ਪਾਇਆ, ਐਡਰੈਸ ਪਾਇਆ, ਦੈਨ ਉਹਦੇ ਵਿੱਚ ਪਾਸਵਰਡ ਲਾਇਆ, ਠੀਕ ਹੈ। ਤਾਂ ਇਹ ਸਾਰਾ ਡਾਟਾ ਜਦੋਂ ਆਪਾਂ ਸਬਮਿਟ 'ਤੇ ਕਲਿੱਕ ਕਰਦੇ ਹਾਂ ਤਾਂ ਸਾਰਾ ਦਾ ਸਾਰਾ ਡਾਟਾ ਸਟੋਰ ਹੋ ਜਾਂਦਾ ਜੀਮੇਲ ਦੇ ਸਰਵਰ ਦੇ ਉੱਤੇ। ਇਹ ਜਿਹੜਾ ਵਿਊ ਆਪਾਂ ਨੂੰ ਦਿਖ ਰਿਹਾ ਦੈਟ ਇਜ਼ ਆਵਰ ਐਕਸਟਰਨਲ ਵਿਊ। ਵੀਡੀਓ ਗੇਮ ਖੇਲਦੇ ਹਾਂ, ਆਪਣਾ ਐਕਸਟਰਨਲ ਵਿਊ ਆ। ਆਪਾਂ ਹੁਣ ਜਦੋਂ ਫਿਊਚਰ ਦੇ ਵਿੱਚ ਜੀਮੇਲ ਦਾ ਅਕਾਊਂਟ ਖੋਲ੍ਹਣਾ ਹੈ ਦੈਨ ਆਪਾਂ ਨੂੰ ਸਿਰਫ 2 ਫੀਲਡ ਚਾਹੀਦੇ, ਯੂਜ਼ਰ ਨੇਮ ਐਂਡ ਪਾਸਵਰਡ। ਬਾਕੀ ਜਿੰਨਾ ਵੀ ਡਾਟਾ ਆਪਾਂ ਸਟੋਰ ਕਰਵਾਇਆ ਸੀ ਸਾਰਾ ਦਾ ਸਾਰਾ ਜੀਮੇਲ ਦੇ ਸਰਵਰ ਦੇ ਉੱਤੇ ਹੋਏਗਾ। ਬਟ ਜਦੋਂ ਆਪਾਂ ਨੈਕਸਟ ਟਾਈਮ ਅਸੈਸ ਕਰਨਾ ਤਾਂ ਸਿਰਫ ਆਪਣੇ ਕੋਲ 2 ਫੀਲਡ ਆਪਣੇ ਕੰਪੇਅਰ ਹੋਣਗੇ। ਜੇ ਦੋਨੋਂ ਫੀਲਡ ਉਹਦੇ ਜੀਮੇਲ ਦੇ ਸਰਵਰ ਦੇ ਵਿੱਚ ਜਿਹੜਾ ਡਾਟਾ ਆਪਾਂ ਪਹਿਲਾਂ ਸਟੋਰ ਕੀਤਾ ਸੀਗਾ ਉਹਦੇ ਨਾਲ ਮੈਚ ਕਰ ਗਏ ਦੈਨ ਆਪਣਾ ਅਕਾਊਂਟ ਓਪਨ ਹੋ ਜਾਏਗਾ। ਜੇ ਉਹਦੇ ਵਿੱਚ ਇੱਕ ਵੀ ਡਿਜਿਟ ਦਾ ਫਰਕ ਰਹਿ ਗਿਆ, ਇੱਕ ਵੀ ਕਰੈਕਟਰ ਉਹਦੇ ਵਿੱਚ ਰੋਂਗ ਐਂਟਰ ਹੋ ਗਿਆ, ਦੈਨ ਆਪਣਾ ਡਾਟਾ ਅਸੈਸ ਨਹੀਂ ਹੋਏਗਾ। ਇਹ ਹੈ ਆਪਣਾ ਐਕਸਟਰਨਲ ਵਿਊ। ਨੈਕਸਟ ਆਉਂਦਾ ਕਨਸੈਪਚੁਅਲ ਵਿਊ, ਦੈਟ ਇਜ਼ ਲੌਜੀਕਲ ਵਿਊ। ਕਨਸੈਪਚੁਅਲ ਲੈਵਲ ਦੈਟ ਇਜ਼ ਲੌਜੀਕਲ ਲੈਵਲ, ਇਹ ਲੌਜਿਕ ਨਾਲ ਰਿਲੇਟਡ ਹੁੰਦਾ। ਫੋਰ ਐਗਜ਼ਾਮਪਲ ਕਿ ਹੁਣ ਜਿਹੜਾ ਪਾਸਵਰਡ ਹੈ, ਪਾਸਵਰਡ ਦੇ ਉੱਤੇ ਰਿਸਟ੍ਰਿਕਸ਼ਨ ਲੱਗੀ ਹੈ ਕਿ ਉਹਦੀ ਜਿਹੜੀ ਡੋਮੇਨ ਸੈੱਟ ਕੀਤੀ ਹੈ ਕਿ ਉਹਦੇ ਵਿੱਚ ਮਿਨੀਮਮ 8 ਕਰੈਕਟਰ ਆਉਣੇ ਚਾਹੀਦੇ। 8 ਕਰੈਕਟਰ ਤੋਂ ਜ਼ਿਆਦਾ ਤੁਸੀਂ ਕਿੰਨੇ ਮਰਜ਼ੀ ਸਟੋਰ ਕਰਵਾ ਸਕਦੇ ਹੋ। ਅਤੇ ਜੇ ਆਪਾਂ 8 ਕਰੈਕਟਰ ਤੋਂ ਘੱਟ ਡਾਟਾ ਐਂਟਰ ਕਰ ਦਿੰਦੇ ਹਾਂ ਤਾਂ ਉੱਥੇ ਇੱਕ ਐਰਰ ਆ ਜਾਂਦੀ ਹੈ, ਇੱਕ ਮੈਸੇਜ ਡਿਸਪਲੇ ਹੋ ਜਾਂਦਾ ਹੈ ਕਿ ਪਾਸਵਰਡ ਇਜ਼ ਨਾਟ ਕਰੈਕਟ ਜਾਂ ਪਾਸਵਰਡ ਇਜ਼ ਲੈਸ ਦੈਨ 8 ਕਰੈਕਟਰ। ਤਾਂ ਇਸ ਤਰ੍ਹਾਂ ਦੇ ਮੈਸੇजेस ਕਿਉਂ ਆਉਂਦੇ ਆ? ਕਿਉਂਕਿ ਉੱਥੇ ਇੱਕ ਲੌਜਿਕ ਲੱਗਿਆ ਹੋਇਆ ਹੈ ਕਿ ਇਨਫੋਰਮੇਸ਼ਨ ਦੀ ਜਿਹੜੀ ਰੇਂਜ ਹੈ, ਜਿਹੜੀ ਡੋਮੇਨ ਹੈ, ਸਿਰਫ ਇੱਥੋਂ ਤੱਕ ਹੈ। ਇਸ ਤੋਂ ਬਾਅਦ ਤੁਸੀਂ ਇਹਦੇ ਵਿੱਚ ਡਾਟਾ ਸਟੋਰ ਜਾਂ ਘੱਟ ਡਾਟਾ ਸਟੋਰ ਨਹੀਂ ਕਰਵਾ ਸਕਦੇ। ਦੈਟ ਇਜ਼ ਆਵਰ ਲੌਜਿਕ। ਇੰਟਰਨਲ ਵਿਊ, ਹੁਣ ਜਿਹੜਾ ਜੀਮੇਲ ਦਾ ਆਪਾਂ ਫਾਰਮ ਭਰਿਆ ਸੀ ਉਹ ਫਾਰਮ ਅੰਦਰ ਜਾ ਕੇ ਜੀਮੇਲ ਦੇ ਸਰਵਰ ਦੇ ਜਾ ਕੇ
ਫਾਰਮ ਦੇ ਵਿੱਚ ਸਟੋਰ ਹੋਏਗਾ, ਦੈਟ ਇਜ਼ ਆਰ ਇੰਟਰਨਲ ਵਿਊ, ਜਿਹੜਾ ਟੋਟਲੀ ਯੂਜ਼ਰ ਤੋਂ ਹਾਈਡ ਹੁੰਦਾ ਹੈ। ਇਹਦੇ ਵਿੱਚ ਸਿਰਫ ਤੇ ਸਿਰਫ ਜਿਹੜਾ ਹੈਗਾ ਡਾਟਾ ਦੀ ਮੈਨੇਜਿੰਗ ਅੰਦਰ ਕਿੱਦਾਂ ਹੋਏਗੀ, ਉਹਨੂੰ ਸਟੋਰੇਜ ਸਟਰਕਚਰ ਕਿਸ ਤਰ੍ਹਾਂ ਦਾ ਦਿੱਤਾ ਗਿਆ ਹੈ, ਅਤੇ ਉਹਦੇ ਉੱਤੇ ਕੀ ਪਰਮਿਸ਼ਨਸ ਲੱਗੀਆਂ ਹੋਈਆਂ ਨੇ, ਅਤੇ ਡਾਟਾ ਜਦੋਂ ਆਪਾਂ ਮੈਨੀਪੂਲੇਟ ਕਰਾਂਗੇ, ਚੇਂਜਸ ਕਰਾਂਗੇ, ਤਾਂ ਉਹ ਕਿਸ ਤਰ੍ਹਾਂ ਆਪਾਂ ਉਹਨੂੰ ਅਸੈਸ ਕਰਾਂਗੇ। ਤਾਂ ਇਹ ਹੈਗਾ ਜਿਹੜਾ ਜਿੱਥੇ ਆਪਾਂ ਟੇਬਲ ਸਟੋਰ ਕਰਨੇ ਹੈਗੇ, ਟੈਬੂਲਰ ਫਾਰਮ ਦੇ ਵਿੱਚ ਡਾਟਾ ਸਟੋਰ ਕਰਨਾ ਹੈ, ਆਬਜੈਕਟ ਓਰੀਐਂਟਡ ਡਾਟਾਬੇਸ ਸਟੋਰ ਕਰਨਾ, ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਤਰੀਕੇ ਹੈਗੇ ਜਿਹਦੇ ਨਾਲ ਆਪਾਂ ਡਾਟਾ ਨੂੰ ਲਿਸਟ ਦੀ ਫਾਰਮ ਦੇ ਵਿੱਚ ਡਾਟਾ ਸਟੋਰ ਕਰਨਾ, ਅਲੱਗ-ਅਲੱਗ ਤਰੀਕੇ ਨਾਲ ਆਪਾਂ ਉੱਥੇ ਡਾਟਾ ਨੂੰ ਸਟੋਰ ਕਰਵਾ ਸਕਦੇ ਹਾਂ। ਤਾਂ ਇਹ ਹੈਗਾ ਆਰਕੀਟੈਕਚਰ ਦੇ ਆਪਣੇ ਕੋਲ 3 ਲੈਵਲ ਹੈ, ਐਕਸਟਰਨਲ, ਕਨਸੈਪਚੁਅਲ ਐਂਡ ਇੰਟਰਨਲ। ਇਹ ਤਿੰਨੋਂ ਲੈਵਲਸ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਕੰਮ ਹੁੰਦਾ। ਐਕਸਟਰਨਲ ਯੂਜ਼ਰ ਨਾਲ ਕਮਿਊਨੀਕੇਟ ਕਰਦਾ, ਕਨਸੈਪਚੁਅਲ ਲੌਜਿਕ ਨਾਲ ਰਿਲੇਟਡ ਹੁੰਦਾ, ਅਤੇ ਇੰਟਰਨਲ ਉਹਦੇ ਫਿਜ਼ੀਕਲ ਸਟਰਕਚਰ ਕਿ ਡਾਟਾ ਕਿੱਥੇ ਸਟੋਰ ਕਰਨਾ ਹੈ, ਉਹਦੀ ਸਟੋਰੇਜ ਸਟਰਕਚਰ ਦੇ ਨਾਲ ਰਿਲੇਟਡ ਹੁੰਦਾ ਹੈ। ਨੈਕਸਟ ਆਪਣੇ ਕੋਲ ਆ ਗਿਆ ਕਿ ਡਾਟਾਬੇਸ ਮੈਨੇਜਮੈਂਟ ਸਿਸਟਮ ਹੈ ਕੀ। ਡਾਟਾਬੇਸ ਮੈਨੇਜਮੈਂਟ ਸਿਸਟਮ ਇੱਕ ਤਰ੍ਹਾਂ ਦਾ ਸੋਫਟਵੇਅਰ ਹੈ। ਇਟ ਹੈਜ਼ ਅ ਕੰਸਿਸਟ ਆਫ ਸੋਫਟਵੇਅਰ ਜਿਹਦੇ ਵਿੱਚ ਡਾਟਾ ਕਿੱਦਾਂ ਸਟੋਰ ਕਰਨਾ, ਸਟੋਰੇਜ ਸਟਰਕਚਰ ਆਪਾਂ ਨੂੰ ਪ੍ਰੋਵਾਈਡ ਕੀਤਾ, ਡਾਟਾ ਅਸੈਸ ਕਿਵੇਂ ਕਰਨਾ ਹੈ, ਡਾਟਾ 'ਤੇ ਸਿਕਿਉਰਿਟੀ ਕਿਹੜੀ ਲੱਗੀ ਹੈ, ਡਾਟਾ ਦਾ ਬੈਕਅਪ ਕਿੱਦਾਂ ਹੈ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਫੀਚਰਸ ਹੈਗੀਆਂ। ਕਿਉਂਕਿ ਜਦੋਂ ਵੀ ਆਪਾਂ ਡਾਟਾ ਸਟੋਰ ਕਰਾਂਗੇ, ਸਭ ਤੋਂ ਪਹਿਲੀ ਚੀਜ਼ ਹੈ ਕਿ ਉਹਨੂੰ ਸਟੋਰ ਕਿੱਥੇ ਕਰਨਾ ਹੈ, ਕਿਵੇਂ ਕਰਨਾ ਹੈ, ਸਟੋਰ ਕਰਨ ਤੋਂ ਬਾਅਦ ਉਸਨੂੰ ਅਸੈਸ ਕਿਵੇਂ ਕਰਨਾ ਹੈ, ਉਹ 'ਤੇ ਰੀਡ ਪਰਮਿਸ਼ਨ ਹੈ, ਰਾਈਟ ਪਰਮਿਸ਼ਨ ਹੈ, ਐਗਜ਼ੀਕਿਊਟ ਪਰਮਿਸ਼ਨ ਹੈ, ਕਿਸ ਤਰ੍ਹਾਂ ਦੀਆਂ ਪਰਮਿਸ਼ਨਸ ਨੇ। ਸਿਕਿਉਰਿਟੀ, ਡਾਟਾ ਆਪਾਂ ਸਟੋਰ ਕਰਤਾ, ਉਹ ਪ੍ਰੋਟੈਕਟਡ ਡਾਟਾ ਹੈ, ਉਹਦੇ ਉੱਤੇ ਕੋਈ ਕੀ ਲਾਤੀ ਹੈ, ਇਨਕ੍ਰਿਪਟ ਕਰਕੇ ਰੱਖ ਰੱਖਿਆ ਹੈ, ਕਿਸ ਤਰ੍ਹਾਂ ਦਾ ਡਾਟਾ ਹੈ, ਉੱਤੇ ਕੋਈ ਪਾਸਵਰਡ ਲਾਇਆ ਹੈ, ਕਿਸ ਤਰ੍ਹਾਂ ਦੀ ਆਪਾਂ ਉਹਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਹੈ। ਬੈਕਅਪ, ਬਾਈ ਚਾਂਸ ਡਾਟਾ ਡੈਮੇਜ ਹੋ ਜਾਂਦਾ ਹੈ ਤਾਂ ਉਸ ਡਾਟਾ ਨੂੰ ਦੁਬਾਰਾ ਰਿਕਵਰ ਕਿਵੇਂ ਕੀਤਾ ਜਾਏਗਾ, ਬੈਕਅਪ ਉਹਦਾ ਕਿੱਥੇ ਰੱਖਿਆ ਜਾਏਗਾ। ਠੀਕ ਹੈ, ਤਾਂ ਇਹ ਅਲੱਗ-ਅਲੱਗ ਤਰ੍ਹਾਂ ਦੇ ਸੋਫਟਵੇਅਰ ਆਪਣੀ ਇਹਨਾਂ ਸਾਰੇ ਕੰਮਾਂ ਦੇ ਵਿੱਚ ਹੈਲਪ ਕਰਦੇ ਆ। ਉਸ ਪੂਰੇ ਦੇ ਪੂਰੇ ਪੈਕੇਜ ਨੂੰ, ਉਹਨਾਂ ਸੋਫਟਵੇਅਰਸ ਦੇ ਪੂਰੇ ਪੈਕੇਜ ਨੂੰ ਆਪਾਂ ਬੋਲਦੇ ਹਾਂ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹਦੇ ਵਿੱਚ ਸਿਕੁਅਲ, ਸਿਕੁਐਂਸ਼ੀਅਲ ਕਿਊਰੀ ਲੈਂਗੁਏਜ ਵੀ ਆਪਾਂ ਨੂੰ ਆਉਂਦੀ ਹੈ, ਫਾਈਲ ਮੇਕਰ, ਓਰੈਕਲ, RDBMS, ਅਲੱਗ-ਅਲੱਗ ਤਰ੍ਹਾਂ ਦੇ DBMS ਸਟਰਕਚਰ ਹੈ ਜਿਨ੍ਹਾਂ ਦੇ ਨਾਲ ਆਪਾਂ ਡਾਟਾ ਨੂੰ ਮੈਨੇਜ ਕਰ ਸਕਦੇ ਹਾਂ। ਇਹਨਾਂ ਦੇ ਵਿੱਚੋਂ ਆਪਾਂ ਕੋਈ ਵੀ ਯੂਜ਼ ਕਰ ਸਕਦੇ ਹਾਂ। ਨੈਕਸਟ ਮਾਈਕਰੋਸੋਫਟ ਐਕਸੈਸ ਆਪਾਂ ਯੂਜ਼ ਕਰਾਂਗੇ, ਆਪਣੇ ਸਿਲੇਬਸ ਦੇ ਵਿੱਚ ਮਾਈਕਰੋਸੋਫਟ ਐਕਸੈਸ ਹੈ। ਨੈਕਸਟ ਹੈ ਕੰਪੋਨੈਂਟ ਆਫ DBMS। DBMS ਦੇ ਕੰਪੋਨੈਂਟ ਕੀ ਹੈ? DBMS ਦੇ ਵਿੱਚ ਇੱਕ ਆਪਣੇ ਰਿਲੇਸ਼ਨ ਵਰਡ ਆਇਆ, ਰਿਲੇਸ਼ਨਲ ਮਾਡਲ। 2009 ਦੇ ਵਿੱਚ ਇਹਦਾ ਇੰਪਲੀਮੈਂਟ ਹੋਇਆ ਸੀਗਾ ਰਿਲੇਸ਼ਨਲ ਮਾਡਲ। ਰਿਲੇਸ਼ਨਲ ਮਾਡਲ ਕਿ ਟੈਬੂਲਰ ਫਾਰਮ ਦੇ ਵਿੱਚ ਜਦੋਂ ਡਾਟਾ ਸਟੋਰ ਕੀਤਾ ਜਾਂਦਾ ਹੈ ਤਾਂ ਮੈਨੇਜ ਕਰਨਾ ਬਹੁਤ ਜ਼ਿਆਦਾ ਈਜ਼ੀ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਹੜਾ ਹੈ ਸੱਚ ਐਜ਼ ਆਬਜੈਕਟ ਡਾਟਾਬੇਸ, ਆਪਾਂ ਆਬਜੈਕਟ ਦੀ ਫਾਰਮ ਦੇ ਵਿੱਚ ਡਾਟਾ ਸਟੋਰ ਕਰ ਸਕਦੇ ਹਾਂ। ਇਸ ਤੋਂ ਬਾਅਦ ਕੀ ਹੈਗਾ ਕਿ ਡਿਫਰੈਂਟ ਤਰੀਕੇ ਨਾਲ ਆਪਾਂ ਡਾਟਾ ਸਟੋਰ ਕਰ ਸਕਦੇ ਅਤੇ ਬਟ ਆਪਾਂ ਜੋ ਕਰਨਾ ਹੈ ਦੈਟ ਇਜ਼ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਰਿਲੇਸ਼ਨਲ ਮਤਲਬ ਟੈਬੂਲਰ ਫਾਰਮੈਟ ਦੇ ਵਿੱਚ, ਰੋਜ਼ ਐਂਡ ਕਾਲਮ ਦੇ ਫਾਰਮੈਟ ਦੇ ਵਿੱਚ ਜਿਹੜਾ ਡਾਟਾ ਸਟਰਕਚਰ ਹੈਗਾ ਆਪਾਂ ਉਹਦੇ ਉੱਤੇ ਇੰਪਲੀਮੈਂਟੇਸ਼ਨ ਕਰਾਂਗੇ। ਹੁਣ RDBMS ਇਜ਼ ਰਿਲੇਸ਼ਨਲ ਡਾਟਾਬੇਸ ਮੈਨੇਜਮੈਂਟ ਸਿਸਟਮ। ਇਹਦੇ ਕੰਪੋਨੈਂਟ ਕੀ ਆ? ਕੰਪੋਨੈਂਟ ਜਿਹੜੇ ਆਪਣੀ ਹੈਲਪ ਕਰਨਗੇ ਡਾਟਾ ਨੂੰ ਮੈਨੇਜ ਕਰਨ ਦੇ ਵਿੱਚ। ਅਤੇ ਇਹਦੇ ਵਿੱਚ ਪਹਿਲੇ ਕੰਪੋਨੈਂਟ ਹੈਗੇ ਆਪਣੇ ਕੋਲ 3 ਲੈਂਗੁਏਜ ਹੈ। ਆਪਣੇ ਕੋਲ ਲੈਂਗੁਏਜਸ ਕਿਹੜੀਆਂ ਹੈ? ਲੈਂਗੁਏਜ ਦੇਖੋ ਜਦੋਂ ਵੀ ਕਿਸੇ ਵੀ ਸੋਫਟਵੇਅਰ ਨਾਲ ਕਮਿਊਨੀਕੇਟ ਕਰਨਾ ਹੁੰਦਾ ਤਾਂ ਫਰੰਟ ਐਂਡ 'ਤੇ ਆਪਣੀ ਲੈਂਗੁਏਜ ਕੰਮ ਕਰਦੀ ਹੁੰਦੀ ਹੈ। ਤਾਂ ਲੈਂਗੁਏਜ ਕਿਹੜੀ ਹੈ ਆਪਣੀ? ਡਾਟਾ ਡੈਫੀਨੇਸ਼ਨ ਲੈਂਗੁਏਜ, ਡਾਟਾ ਕੰਟਰੋਲ ਲੈਂਗੁਏਜ, ਡਾਟਾ ਮੈਨੀਪੂਲੇਸ਼ਨ ਲੈਂਗੁਏਜ। ਡਾਟਾ ਡੈਫੀਨੇਸ਼ਨ ਲੈਂਗੁਏਜ ਦੇ ਵਿੱਚ ਕੀ ਹੋਏਗਾ? ਸਿਰਫ ਤੇ ਸਿਰਫ ਡਾਟਾਬੇਸ ਡਿਜ਼ਾਈਨ ਕੀਤਾ ਜਾਏਗਾ, ਉਹਦੇ 'ਚ ਡਿਫਾਈਨ ਕੀਤਾ ਜਾਏਗਾ ਕਿ ਡਾਟਾਬੇਸ ਦਾ ਨਾਮ ਕੀ ਹੈ। ਮੰਨ ਲਓ ਮਾਤਾ ਸਾਹਿਬ ਕੌਰ ਇਜ਼ ਦਾ ਨੇਮ ਆਫ ਦ ਡਾਟਾਬੇਸ। ਉਹਦੇ ਵਿੱਚ ਟੇਬਲ ਕਿਹੜੀਆਂ ਟੇਬਲ ਹੈ? ਸਟੂਡੈਂਟਸ ਦੀ, ਟੀਚਰਸ ਦੀ, ਨੋਨ ਟੀਚਿੰਗ ਦੀ, ਲਾਇਬ੍ਰੇਰੀ ਸਟਰਕਚਰ ਦੀ। ਉਸ ਤੋਂ ਬਾਅਦ ਅੰਡਰ ਸਟੂਡੈਂਟਸ ਦੇ ਵਿੱਚ ਅੱਗੇ ਕਲਾਸਿਸ ਹੈ, BA1, BA2, BA3, BCA। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਸਿਰਫ ਉਹਨੂੰ ਡੈਫੀਨੇਸ਼ਨ ਦਿੱਤੀ ਹੈ ਕਿ ਜਿਹੜਾ ਉਹਦੇ ਵਿੱਚ ਸਟੂਡੈਂਟ ਦੀ ਡਿਟੇਲ ਹੈ, ਸਟੂਡੈਂਟ ਦੇ ਵਿੱਚ ਕਿੰਨੇ ਫੀਲਡ ਹੈ, ਨਾਮ ਹੈ, ਰੋਲ ਨੰਬਰ ਹੈ, ਕਲਾਸ ਹੈ, ਫੋਨ ਨੰਬਰ ਹੈ, ਐਡਰੈਸ ਹੈ। ਠੀਕ ਹੈ ਜੀ, ਫਾਦਰ ਨੇਮ ਹੈ, ਮਦਰ ਨੇਮ ਹੈ, ਤਾਂ ਇਹ ਸਾਰੇ ਉਹਦੇ ਫੀਲਡ ਹੋਣਗੇ। ਇਹ ਸਭ ਕੁਝ ਡਿਫਾਈਨ ਕਿੱਥੇ ਕੀਤਾ ਜਾਊਗਾ? ਡਾਟਾ ਡੈਫੀਨੇਸ਼ਨ ਲੈਂਗੁਏਜ ਦੇ ਵਿੱਚ, ਜਿਹਦੇ ਵਿੱਚ ਜਿਹੜਾ ਡਾਟਾ ਆਪਾਂ ਸਟੋਰ ਕਰਦੇ ਹਾਂ ਉਹ ਡਾਟਾਬੇਸ ਦਾ ਨਾਮ ਕੀ ਹੈ, ਉਸ ਡਾਟਾਬੇਸ ਦੇ ਵਿੱਚ ਕਿੰਨੀਆਂ ਟੇਬਲਸ ਬਣਦੀਆਂ ਅਤੇ ਉਹਦੇ ਵਿੱਚ ਕਿੰਨੇ ਫੀਲਡ ਹੈ ਅਤੇ ਹਰ ਫੀਲਡ ਦੇ ਉੱਤੇ ਕੀ ਕੌਂਸਟੈਂਟ ਅਪਲਾਈ ਕੀਤਾ ਹੋਇਆ ਹੈ। ਨੈਕਸਟ ਹੈ ਡਾਟਾ ਕੰਟਰੋਲ ਲੈਂਗੁਏਜ।
ਡਾਟਾ ਕੰਟਰੋਲ ਲੈਂਗੁਏਜ ਦੇ ਵਿੱਚ ਇਹਦੇ ਵਿੱਚ ਅਸੈਸ ਫੀਚਰ ਆਉਣਗੇ ਕਿ ਕੌਣ ਬੰਦਾ ਡਾਟਾ ਨੂੰ ਅਸੈਸ ਕਰ ਸਕਦਾ ਹੈ, ਕਿਸ ਤਰੀਕੇ ਦੇ ਨਾਲ ਅਸੈਸ ਕਰ ਸਕਦਾ ਹੈ, ਕਿੱਦਾਂ ਉਹਨੂੰ ਡਾਟਾ ਨੂੰ ਮੈਨੀਪੂਲੇਟ ਕਰ ਸਕਦਾ, ਡਾਟਾ ਨੂੰ ਕੰਟਰੋਲ ਕਿੱਦਾਂ ਕਰ ਸਕਦਾ। ਡਾਟਾ ਮੈਨੀਪੂਲੇਸ਼ਨ ਲੈਂਗੁਏਜ ਦੇ ਵਿੱਚ ਹੈ, ਜਿਵੇਂ ਆਪਾਂ ਸਟਾਰਟਿੰਗ 'ਚ ਡਿਸਕਸ ਕੀਤਾ ਕਿ ਕਿਊਰੀ ਪਰਫਾਰਮ ਕਰਨੀ ਹੈ। ਕਿਊਰੀ ਲਾਈਕ ਕਿ ਆਪਣੇ ਸਿਰਫ ਤੇ ਸਿਰਫ ਤਲਵੰਡੀ ਸਾਬੋ ਨਾਲ ਰਿਲੇਟਡ ਜਿਹੜਾ ਹੈਗਾ ਇਨਫੋਰਮੇਸ਼ਨ ਚਾਹੀਦੀ ਹੈ ਮੈਨੂੰ ਸਟੂਡੈਂਟਸ ਦੀ, ਤਾਂ ਇਹ ਦੈਟ ਇਜ਼ ਅ ਮਾਈ ਕਿਊਰੀ। ਉਸ ਤੋਂ ਬਾਅਦ ਹੈ ਇਹ ਆਪਾਂ ਡਾਟਾ ਮੈਨੀਪੂਲੇਸ਼ਨ ਲੈਂਗੁਏਜ ਦੇ ਵਿੱਚ ਕਰਾਂਗੇ, ਡਾਟਾ ਨੂੰ ਅਪਡੇਟ ਕਰਾਂਗੇ, ਕੁਝ ਚੇਂਜਸ ਕਰਾਂਗੇ, ਸਿਰਫ ਡਾਟਾ ਸਿਲੈਕਟਡ ਫਿਲਟਰ ਲਾ ਲਾਂਗੇ। RDBMS ਦੇ ਦੂਸਰੇ ਕੰਪੋਨੈਂਟ ਹੈ ਇੰਟਰਫੇਸ ਡਰਾਈਵਰਸ। ਜਦੋਂ ਆਪਾਂ ਕੋਈ ਵੀ ਸੌਫਟਵੇਅਰ ਯੂਜ਼ ਕਰਦੇ ਹਾਂ ਤਾਂ ਉਹਦੇ ਨਾਲ ਉਹਦੇ ਸਪੋਰਟਿੰਗ ਸੌਫਟਵੇਅਰਸ ਆਉਂਦੇ ਆ। ਸਪੋਰਟਿੰਗ ਸੌਫਟਵੇਅਰ ਕਿਹੜੇ ਹੁੰਦੇ, ਜਿਵੇਂ ਆਪਾਂ C ਲੈਂਗੁਏਜ ਕੀਤੀ ਸੀ ਤਾਂ ਉਹਦਾ ਸਪੋਰਟਿੰਗ ਸੌਫਟਵੇਅਰ ਕੰਪਾਈਲਰ ਸੀਗਾ। ਸੇਮ ਐਜ਼ ਇਟ ਇਜ਼ ਜਿਹੜਾ RDBMS ਹੈ, RDBMS ਦਾ ਜਿਹੜਾ ਸਪੋਰਟਿੰਗ ਸੌਫਟਵੇਅਰ ਹੋਏਗੇ ਦੈਟ ਇਜ਼ ਡਿਫਰੈਂਟ ਟਾਈਪ ਆਫ ਇੰਟਰਫੇਸ ਐਂਡ ਡਰਾਈਵਰਸ, ਜਿਹੜੇ ਆਪਣੀ ਹੈਲਪ ਕਰਨਗੇ ਸਟੇਟਮੈਂਟ ਨੂੰ ਪ੍ਰਪੇਅਰ ਕਰਨ ਦੇ ਵਿੱਚ, ਉਹਨੂੰ ਰਨ ਕਰਨ ਦੇ ਵਿੱਚ ਅਤੇ ਰਿਜ਼ਲਟ ਪ੍ਰੋਡਿਊਸ ਕਰਨ ਦੇ ਵਿੱਚ। ਉਸ ਤੋਂ ਬਾਅਦ ਆਉਂਦਾ ਸਿਕੁਐਂਸ਼ੀਅਲ ਕਿਊਰੀ ਲੈਂਗੁਏਜ ਇੰਜਨ ਦੇ ਵਿੱਚ ਕੀ ਹੋਏਗਾ, ਡਿਫਰੈਂਟ ਟਾਈਪ ਆਫ ਲੈਂਗੁਏਜ ਹੋਣੀਆਂ ਜਿਹਦੇ ਵਿੱਚ ਆਪਾਂ ਯੂਜ਼ ਕਰਾਂਗੇ ਕੰਪੋਨੈਂਟ ਕਿ ਕਿੱਦਾਂ ਕੰਪਿਊਟਰ ਦੇ ਉੱਤੇ ਇਹਨਾਂ ਨੂੰ ਆਪਰੇਟ ਕਰਨਾ ਹੈ, ਕਿੱਦਾਂ ਇਹਨੂੰ ਐਗਜ਼ੀਕਿਊਟ ਕਰਨਾ ਹੈ, ਲੈਂਗੁਏਜ ਜੋ ਫਰੰਟ ਐਂਡ ਦੇ ਉੱਤੇ ਕੰਮ ਕਰੇਗੀ। ਨੈਕਸਟ ਕੰਪੋਨੈਂਟ ਹੈ ਟ੍ਰਾਂਜੈਕਸ਼ਨ ਇੰਜਨ ਕੀ ਹੁੰਦੇ ਹੈ ਕਿ ਮੰਨ ਲਓ ਕਿ ਕੋਈ ਆਪਣਾ ਇਕੱਠੀਆਂ ਆਪਾਂ ਹੈਗੀਆਂ ਜਿਹੜੀਆਂ ਕਿਊਰੀ ਇਕੱਠੀਆਂ ਪਰਫੋਰਮ ਕਰਨੀਆਂ, ਉਹਦੇ ਵਿੱਚੋਂ ਕੋਈ ਕਿਊਰੀ ਫੇਲ ਹੋ ਜਾਂਦੀ ਹੈ ਤਾਂ ਕਿਸ ਤਰ੍ਹਾਂ ਦੇ ਮੈਸੇਜ ਆਪਾਂ ਨੂੰ ਅਪੀਅਰ ਹੋਣਗੇ, ਉਹ ਆਪਾਂ ਇੱਥੇ ਡਿਸਕਸ ਆਪਣੀ ਜਿਹੜੀ ਹੈਲਪ ਕਰਦਾ ਟ੍ਰਾਂਜੈਕਸ਼ਨ ਇੰਜਨ ਆਪਣੀ ਹੈਲਪ ਕਰਦਾ ਹੈ ਉਹਨਾਂ ਜਿਹੜੇ